ਪਿਆਰੇ ਬੱਚਿਓ, ਅੱਜ ਅਸੀਂ 6ਵੀਂ ਜਮਾਤ ਪੰਜਾਬੀ ਦੂਜੀ ਭਾਸ਼ਾ ਦੀ ਪਾਠ ਪੁਸਤਕ ਦਾ 12ਵਾਂ ਪਾਠ ਪੜਾਂਗੇ। ਇਹ ਪਾਠ ਮਹਾਨ ਸ਼ਹੀਦ ਕਾਂਸ਼ੀ ਰਾਮ ਜੀ ਦੀ ਜੀਵਨੀ ਹੈ। ਇਸ ਦਾ ਸਿਰਲੇਖ ਹੈ ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ ਅਤੇ ਇਸ ਦੇ ਲੇਖਕ ਹਨ ਮਨਮੋਹਨ ਸਿੰਘ ਦਾਊਂ। ਸਭ ਤੋਂ ਪਹਿਲਾਂ ਅਸੀਂ ਪਾਠ ਨੂੰ ਪੜਾਂਗੇ, ਫਿਰ ਇਸ ਦਾ ਅਭਿਆਸ ਹੱਲ ਕਰਾਂਗੇ। ਆਓ ਬੱਚੋ, ਅਸੀਂ ਹੁਣ ਪਾਠ 12ਵਾਂ ਪੁਆਧ ਦਾ ਮਹਾਨ ਸ਼ਹੀਦ ਕਾਂਸ਼ੀ ਰਾਮ ਪੜ੍ਹਨਾ ਸ਼ੁਰੂ ਕਰਦੇ ਹਾਂ। ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ਮਈ ਇਤਿਹਾਸ ਵਿੱਚ ਗਦਰ ਪਾਰਟੀ ਦੀ ਕੁਰਬਾਨੀ ਅਦੁੱਤੀ ਹੈ। ਅਦੁੱਤੀ ਦਾ ਅਰਥ ਹੈ ਅਨੋਖੀ। ਗਦਰ ਪਾਰਟੀ ਬਾਰੇ ਬਹੁਤ ਖੋਜ ਭਰਪੂਰ ਪੁਸਤਕਾਂ ਵੀ ਲਿਖੀਆਂ ਗਈਆਂ ਹਨ। ਅਜਿਹੇ ਯੋਧਿਆਂ ਦੀਆਂ ਕੁਰਬਾਨੀਆਂ ਅੱਖਾਂ ਖੋਲ੍ਹਣ ਵਾਲੀਆਂ ਹਨ। ਗਦਰ ਪਾਰਟੀ ਦੇ ਇਸ ਮਹਾਨ ਸ਼ਹੀਦ ਦਾ ਜਨਮ 13 ਅਕਤੂਬਰ 1883 ਈਸਵੀ ਨੂੰ ਪੰਡਤ ਗੰਗਾ ਰਾਮ ਦੇ ਘਰ ਪਿੰਡ ਮੜੌਲੀ ਕਲਾਂ ਨੇੜੇ ਮੋਰਿੰਡਾ ਵਿਖੇ ਹੋਇਆ। ਉਦੋਂ ਇਹ ਪਿੰਡ ਜ਼ਿਲ੍ਹਾ ਅੰਬਾਲਾ ਵਿੱਚ ਪੈਂਦਾ ਸੀ। ਇਹਨਾਂ ਦਾ ਪਰਿਵਾਰ ਇੱਕ ਪ੍ਰਭਾਵਸ਼ਾਲੀ ਪਰਿਵਾਰ ਸੀ। ਕਾਂਸ਼ੀ ਰਾਮ ਨੇ ਪ੍ਰਾਇਮਰੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਲਈ ਤੇ 8ਵੀਂ ਮੋਰਿੰਡਾ ਦੇ ਸਕੂਲ ਤੋਂ ਪਾਸ ਕੀਤੀ। 10ਵੀਂ ਜਮਾਤ ਵਿੱਚ ਮਹਿੰਦਰਾ ਹਾਈ ਸਕੂਲ ਪਟਿਆਲਾ ਵਿਖੇ ਪੜ੍ਹਦੇ ਸਮੇਂ ਹੀ ਉਹਨਾਂ ਦੇ ਮਨ ਵਿੱਚ ਰਜਵਾੜਾ ਸ਼ਾਹੀ ਤੇ ਅੰਗਰੇਜ਼ ਹਕੂਮਤ ਦੀ ਲੁੱਟ ਖਸੁੱਟ ਵਿਰੁੱਧ ਨਫ਼ਰਤ ਪੈਦਾ ਹੋ ਗਈ ਸੀ। ਅੰਬਾਲਾ ਖਜ਼ਾਨੇ ਵਿੱਚ ਨੌਕਰੀ ਕਰਦੇ ਸਮੇਂ ਆਪ ਦਾ ਮਨ ਉਕਤਾ ਗਿਆ। ਨੌਕਰੀ ਛੱਡ ਕੇ ਕੁਝ ਦੇਰ ਦਿੱਲੀ ਰਹੇ ਅਤੇ ਫਿਰ ਆਸਟ੍ਰੇਲੀਆ ਹੁੰਦੇ ਹੋਏ ਅਮਰੀਕਾ ਪਹੁੰਚ ਗਏ। ਇਸ ਤੋਂ ਪਤਾ ਚੱਲਦਾ ਹੈ ਕਿ ਕਾਂਸ਼ੀ ਰਾਮ ਬਹੁਤ ਤਿੱਖੀ ਬੁੱਧੀ ਦਾ ਮਾਲਿਕ ਸੀ। ਤਿੱਖੀ ਬੁੱਧੀ ਮਤਲਬ ਤੇਜ਼ ਬੁੱਧੀ, ਇੰਟੈਲੀਜੈਂਟ। ਤੇ ਉਸ ਦੇ ਦਿਲ ਅੰਦਰ ਦੇਸ਼ ਭਗਤੀ ਦੀ ਜਵਾਲਾ ਸੁਲਗ ਰਹੀ ਸੀ। ਅਮਰੀਕਾ ਵਿੱਚ ਗੁਲਾਮ ਭਾਰਤੀਆਂ ਨਾਲ ਹੁੰਦਾ ਮੰਦਾ ਸਲੂਕ ਵੇਖ ਕੇ ਕਾਂਸ਼ੀ ਰਾਮ ਦਾ ਮਨ ਦੇਸ਼ ਦੀ ਆਜ਼ਾਦੀ ਲਈ ਤੜਪ ਉੱਠਿਆ। ਉੱਥੇ ਰਹਿੰਦਿਆਂ ਆਪ ਦਾ ਸੰਪਰਕ ਬਾਬਾ ਸੋਹਣ ਸਿੰਘ ਭਕਨਾ ਨਾਲ ਜੁੜ ਗਿਆ। ਅਮਰੀਕਾ 'ਚ ਸੇਂਟ ਜੌਨ ਵਿਖੇ ਆਪ ਦਾ ਘਰ ਆਜ਼ਾਦੀ ਘੁਲਾਟੀਆਂ ਅਤੇ ਇਨਕਲਾਬੀਆਂ ਲਈ ਪੱਕਾ ਅੱਡਾ ਬਣ ਗਿਆ। ਇਸੇ ਸਥਾਨ ਤੇ 25 ਮਾਰਚ 1913 ਈਸਵੀ ਨੂੰ ਗਦਰ ਪਾਰਟੀ ਦੀ ਸਥਾਪਨਾ ਦਾ ਮੁੱਢ ਬੱਝਿਆ। ਮੁੱਢ ਬੱਝਿਆ ਦਾ ਮਤਲਬ ਹੁੰਦਾ ਹੈ ਸ਼ੁਰੂਆਤ ਹੋਈ, ਸ਼ੁਰੂ ਹੋਈ। ਬਾਬਾ ਸੋਹਣ ਸਿੰਘ ਭਕਨਾ ਨੂੰ ਪਾਰਟੀ ਪ੍ਰਧਾਨ, ਲਾਲਾ ਹਰਦਿਆਲ ਨੂੰ ਜਨਰਲ ਸਕੱਤਰ ਅਤੇ ਪੰਡਤ ਕਾਂਸ਼ੀ ਰਾਮ ਨੂੰ ਖਜ਼ਾਨਚੀ ਚੁਣਿਆ ਗਿਆ। ਇਹ ਤਿੰਨੇ ਜਣੇ ਗੁਪਤ ਮਿਸ਼ਨ ਦੇ ਮੈਂਬਰ ਵੀ ਸਨ। ਉਦੋਂ ਪਹਿਲੀ ਸੰਸਾਰ ਜੰਗ ਲੱਗੀ ਹੋਈ ਸੀ ਤੇ ਅੰਗਰੇਜ਼ ਇਸ ਵਿੱਚ ਰੁੱਝਿਆ ਹੋਇਆ ਸੀ। ਗਦਰ ਪਾਰਟੀ ਨੇ ਇਸ ਸਮੇਂ ਨੂੰ ਢੁਕਵਾਂ ਸਮਝਦੇ ਹੋਏ ਗਦਰੀ ਯੋਧੇ ਤਿਆਰ ਕੀਤੇ। ਢੁਕਵਾਂ ਮਤਲਬ ਸਹੀ। ਬਹੁਤ ਸਾਰੇ ਗਦਰੀਆਂ ਨੇ ਕਾਮਾ ਗਾਟਾ ਮਾਰੂ ਜਹਾਜ਼ ਰਾਹੀਂ ਹਿੰਦੁਸਤਾਨ ਵੱਲ ਕੂਚ ਕਰ ਦਿੱਤਾ। ਪਰੰਤੂ ਦੁੱਖ ਦੀ ਗੱਲ ਇਹ ਹੋਈ ਕਿ ਅੰਗਰੇਜ਼ ਸਰਕਾਰ ਨੂੰ ਇਸ ਦੀ ਸੂਹ ਮਿਲ ਗਈ। ਸੂਹ ਮਿਲਣਾ ਮਤਲਬ ਉਹਨਾਂ ਨੂੰ ਖਬਰ ਮਿਲ ਗਈ। ਬਹੁਤ ਸਾਰੇ ਗਦਰੀ ਕਲਕੱਤੇ ਅਤੇ ਬੱਜ ਘਾਟ ਤੇ ਹੀ ਬਿਨਾਂ ਕਿਸੇ ਪੁੱਛ ਪੜਤਾਲ ਦੇ ਸ਼ਹੀਦ ਕਰ ਦਿੱਤੇ ਗਏ। ਕਿਵੇਂ ਨਾ ਕਿਵੇਂ ਕਾਂਸ਼ੀ ਰਾਮ ਅਤੇ ਕੁਝ ਹੋਰ ਗਦਰੀ ਪੰਜਾਬ ਪੁੱਜਣ ਵਿੱਚ ਕਾਮਯਾਬ ਹੋ ਗਏ। ਦੱਸਿਆ ਜਾਂਦਾ ਹੈ ਕਿ ਕਾਂਸ਼ੀ ਰਾਮ ਆਪਣੇ ਪਿੰਡ ਮੜੌਲੀ ਕਲਾਂ ਆਪਣੇ ਮਾਪਿਆਂ ਨੂੰ ਮਿਲਣ ਵੀ ਆਇਆ ਸੀ। ਉਹ ਆਪਣੀ ਮਾਤਾ ਜੀ ਲਈ ਇੱਕ ਦੁਪੱਟਾ ਸਨਮਾਨ ਵਜੋਂ ਲੈ ਕੇ ਆਇਆ। ਪਰੰਤੂ ਮਾਤਾ ਜੀ ਉਦੋਂ ਤੀਕ ਪਰਲੋਕ ਸਿਧਾਰ ਚੁੱਕੇ ਸਨ। ਪਰਲੋਕ ਸਿਧਾਰਨਾ ਕਿ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਸੀ। ਉਹਨਾਂ ਨੇ ਸਾਰਾ ਕੁਝ ਸਬਰ ਨਾਲ ਬਰਦਾਸ਼ਤ ਕੀਤਾ ਤੇ ਪਿੰਡ ਨੂੰ ਅਲਵਿਦਾ ਆਖੀ। ਗਦਰੀਆਂ ਦਾ
ਮੁੱਖ ਨਿਸ਼ਾਨਾ ਤਾਂ ਗੁਲਾਮੀ ਦਾ ਜੂਲਾ ਲਾਉਣਾ ਸੀ। ਜੂਲਾ ਲਾਉਣਾ ਮਤਲਬ ਖਤਮ ਕਰ ਦੇਣਾ, ਗੁਲਾਮੀ ਨੂੰ ਖਤਮ ਕਰਨਾ। ਉਹਨਾਂ ਦੀ ਯੋਜਨਾ ਫਿਰੋਜ਼ਪੁਰ ਛਾਉਣੀ ਦੇ ਅਸਲਾ ਖਾਨਾ ਤੇ ਕਬਜ਼ਾ ਕਰਨਾ ਸੀ। ਅਸਲਾ ਖਾਨਾ ਜਿੱਥੇ ਹਥਿਆਰ ਰੱਖੇ ਜਾਂਦੇ ਨੇ, ਗੋਲਾ ਬਾਰੂਦ ਰੱਖਿਆ ਜਾਂਦਾ ਹੈ, ਤਾਂ ਜੋ ਅੰਗਰੇਜ਼ ਹਕੂਮਤ ਦਾ ਹਥਿਆਰਾਂ ਨਾਲ ਮੁਕਾਬਲਾ ਕੀਤਾ ਜਾ ਸਕੇ। ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ, ਪਰੰਤੂ ਰਾਹ ਵਿੱਚ ਮਿਸਰੀਵਾਲਾ ਦੇ ਨਜ਼ਦੀਕ ਪੁਲਿਸ ਮੁੱਠਭੇੜ ਵਿੱਚ ਇਹ ਗਦਰੀ ਯੋਧੇ ਅੰਗਰੇਜ਼ ਸਰਕਾਰ ਦੇ ਹੱਥ ਆ ਗਏ। ਅੰਗਰੇਜ਼ ਸਰਕਾਰ ਲਈ ਇਹ ਬਹੁਤ ਵੱਡੀ ਸਫਲਤਾ ਸੀ। ਉਹ ਗਦਰੀਆਂ ਨੂੰ ਖਤਮ ਕਰਨ ਉੱਤੇ ਤੁਲੀ ਹੋਈ ਸੀ। ਇਹਨਾਂ ਗਦਰੀਆਂ ਨੂੰ ਮੁਕੱਦਮੇ ਦਾ ਢੋਂਗ ਰਚਾ ਕੇ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਪੰਡਤ ਕਾਂਸ਼ੀ ਰਾਮ ਤੇ ਉਸ ਦੇ ਸਾਥੀਆਂ ਨੇ ਅੰਗਰੇਜ਼ ਸਰਕਾਰ ਦੇ ਜ਼ੁਲਮ ਅੱਗੇ ਈਨ ਨਾ ਮੰਨੀ। ਈਨ ਨਾ ਮੰਨੀ ਦਾ ਮਤਲਬ ਹੈ ਹਾਰ ਨਹੀਂ ਮੰਨੀ। ਹਾਲਾਤ ਤੇ ਕਾਬੂ ਪਾਉਣ ਲਈ ਬੜੀ ਕੋਝੀ ਨੀਤ ਨਾਲ, ਕੋਝੀ ਨੀਤ ਮਾੜੀ ਨੀਤ ਨਾਲ 27 ਮਾਰਚ 1915 ਈਸਵੀ ਨੂੰ ਕਾਂਸ਼ੀ ਰਾਮ ਤੇ ਸਾਥੀ ਕੈਦੀ ਗਦਰੀਆਂ ਨੂੰ ਸਵੇਰੇ ਸਵੇਰੇ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ। ਗਦਰ ਪਾਰਟੀ ਵਿੱਚ ਉਹਨਾਂ ਦੀ ਲਾਸਾਨੀ ਸ਼ਹਾਦਤ ਮਤਲਬ ਕਿ ਉਹਨਾਂ ਦੀ ਅਦਭੁਤ ਸ਼ਹੀਦੀ ਦੀ ਭਰਪੂਰ ਚਰਚਾ ਹੋਈ। 1961 ਈਸਵੀ ਵਿੱਚ ਪੰਜਾਬ ਸਰਕਾਰ ਦੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਕਾਂਸ਼ੀ ਰਾਮ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ ਨੂੰ ਸ਼ਹੀਦ ਕਾਂਸ਼ੀ ਰਾਮ ਦਾ ਨਾਂ ਦਿੱਤਾ ਤੇ ਉਹਨਾਂ ਦਾ ਇੱਕ ਛੋਟਾ ਜਿਹਾ ਬੁੱਤ ਵੀ ਲਾਇਆ। ਇਹਨਾਂ ਦੀ ਯਾਦ ਵਿੱਚ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂ ਮਾਜਰਾ, ਖਰੜ ਖਾਨਪੁਰ ਨੇੜੇ ਸਥਾਪਿਤ ਕੀਤਾ। ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਲੱਬ ਮੜੌਲੀ ਕਲਾਂ ਲਗਭਗ ਪਿਛਲੇ 40 ਸਾਲਾਂ ਤੋਂ ਸ਼ਹੀਦ ਦੀ ਯਾਦ ਵਿੱਚ ਟੂਰਨਾਮੈਂਟ, ਨਾਟਕ ਤੇ ਕਈ ਹੋਰ ਸਮਾਗਮ ਕਰਵਾਉਂਦਾ ਆ ਰਿਹਾ ਹੈ। ਤੇ ਬੱਚਿਓ, ਇਹ ਸੀਗਾ ਪਾਠ 12ਵਾਂ ਪੁਆਧ ਦਾ ਸ਼ਹੀਦ ਕਾਂਸ਼ੀ ਰਾਮ। ਹੁਣ ਅਸੀਂ ਇਸ ਦਾ ਅਭਿਆਸ ਹੱਲ ਕਰਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈ ਬਹੁ ਵਿਕਲਪੀ ਪ੍ਰਸ਼ਨ। ਬਹੁ ਵਿਕਲਪੀ ਪ੍ਰਸ਼ਨ ਮਤਲਬ ਕੀ ਹੈ ਕਿ ਇੱਕ ਪ੍ਰਸ਼ਨ ਹੋਏਗਾ ਜਿਸ ਦੇ 2 ਜਾਂ 3 ਵਿਕਲਪ ਦਿੱਤੇ ਹੋਣਗੇ। ਵਿਕਲਪ ਮਤਲਬ ਆਪਸ਼ਨ ਦਿੱਤੇ ਹੋਣਗੇ ਤੇ ਅਸੀਂ ਸਹੀ ਵਿਕਲਪ ਚੁਣਨਾ ਹੈ। ਪਹਿਲਾ ਪ੍ਰਸ਼ਨ ਹੈ ਸ਼ਹੀਦ ਕਾਂਸ਼ੀ ਰਾਮ ਕਿਹੜੇ ਇਲਾਕੇ ਦਾ ਸ਼ਹੀਦ ਮੰਨਿਆ ਜਾਂਦਾ ਹੈ? ਇਹਦੇ ਆਪਸ਼ਨ ਹੈ ਦੁਆਬੇ ਦਾ, ਮਾਝੇ ਦਾ, ਪੁਆਧ ਦਾ, ਤੇ ਇਸ ਦਾ ਸਹੀ ਉੱਤਰ ਹੈ ਪੁਆਧ ਦਾ। ਦੂਸਰਾ ਪ੍ਰਸ਼ਨ ਹੈ ਕਾਂਸ਼ੀ ਰਾਮ ਦਾ ਬੁੱਤ ਕਿੱਥੇ ਸਥਿਤ ਹੈ? ਇਹਦੇ ਆਪਸ਼ਨ ਨੇ ਫਿਰੋਜ਼ਪੁਰ ਵਿਖੇ, ਲੁਧਿਆਣਾ ਵਿਖੇ, ਮੜੌਲੀ ਕਲਾਂ ਵਿਖੇ, ਤੇ ਬੇਟਾ ਇਸ ਦਾ ਉੱਤਰ ਹੈ ਮੜੌਲੀ ਕਲਾਂ ਵਿਖੇ। ਤੀਸਰਾ ਪ੍ਰਸ਼ਨ ਹੈ ਕਾਂਸ਼ੀ ਰਾਮ ਦਾ ਜਨਮ ਕਦੋਂ ਹੋਇਆ? 12 ਅਕਤੂਬਰ 1880 ਨੂੰ, 13 ਅਕਤੂਬਰ 1883 ਨੂੰ, 20 ਅਕਤੂਬਰ 1885 ਨੂੰ। ਇਸ ਦਾ ਸਹੀ ਉੱਤਰ ਹੈ 13 ਅਕਤੂਬਰ 1883 ਨੂੰ। ਅਗਲਾ ਪ੍ਰਸ਼ਨ ਹੈ ਸ਼ਹੀਦ ਕਾਂਸ਼ੀ ਰਾਮ ਨੂੰ ਫਾਂਸੀ ਕਿੱਥੇ ਦਿੱਤੀ ਗਈ? ਇਹਦਾ ਆਪਸ਼ਨ ਹੈ ਅਮਰੀਕਾ ਵਿਖੇ, ਆਸਟ੍ਰੇਲੀਆ ਵਿਖੇ, ਲਾਹੌਰ ਵਿਖੇ, ਤੇ ਇਹਦਾ ਸਹੀ ਉੱਤਰ ਹੈ ਲਾਹੌਰ ਵਿਖੇ। ਅਗਲਾ ਪ੍ਰਸ਼ਨ ਹੈ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਕਿੱਥੇ ਸਥਿਤ ਹੈ? ਪਹਿਲਾ ਆਪਸ਼ਨ ਹੈ ਖਰੜ, ਮੋਰਿੰਡਾ, ਭਾਗੂ ਮਾਜਰਾ। ਇਸ ਦਾ ਸਹੀ ਉੱਤਰ ਹੈ ਭਾਗੂ ਮਾਜਰਾ। ਉਸ ਤੋਂ ਬਾਅਦ ਹੈ ਪ੍ਰਸ਼ਨ ਨੰਬਰ 2, ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਸ਼ਹੀਦ ਕਾਂਸ਼ੀ ਰਾਮ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਉੱਤਰ ਹੈ ਸ਼ਹੀਦ ਕਾਂਸ਼ੀ ਰਾਮ ਦਾ ਜਨਮ 13 ਅਕਤੂਬਰ 1883 ਈਸਵੀ ਨੂੰ ਪਿੰਡ ਮੜੌਲੀ ਕਲਾਂ ਨੇੜੇ ਮੋਰਿੰਡਾ ਵਿਖੇ ਹੋਇਆ। ਦੂਸਰਾ ਪ੍ਰਸ਼ਨ ਹੈ ਇਹਨਾਂ ਦੇ ਪਿਤਾ ਜੀ ਦਾ ਕੀ ਨਾਂ ਸੀ? ਉੱਤਰ ਹੈ ਇਹਨਾਂ ਦੇ ਪਿਤਾ ਜੀ ਦਾ ਨਾਂ ਪੰਡਤ ਗੰਗਾ ਰਾਮ ਸੀ। ਤੀਸਰਾ ਪ੍ਰਸ਼ਨ ਹੈ ਕਾਂਸ਼ੀ ਰਾਮ ਨੇ ਮੁੱਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ? ਇਸ ਦਾ ਉੱਤਰ ਹੈ ਕਾਂਸ਼ੀ ਰਾਮ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਚੌਥਾ ਪ੍ਰਸ਼ਨ ਹੈ ਕਾਂਸ਼ੀ ਰਾਮ
ਆਪਣੀ ਮਾਤਾ ਜੀ ਲਈ ਸਨਮਾਨ ਵਜੋਂ ਕੀ ਲਿਆਇਆ? ਉੱਤਰ ਹੈ ਕਾਂਸ਼ੀ ਰਾਮ ਆਪਣੀ ਮਾਤਾ ਜੀ ਲਈ ਸਨਮਾਨ ਵਜੋਂ ਦੁਪੱਟਾ ਲਿਆਇਆ। ਨੈਕਸਟ ਕੁਐਸਚਨ ਹੈ ਕਾਂਸ਼ੀ ਰਾਮ ਨੂੰ ਫਾਂਸੀ ਕਦੋਂ ਤੇ ਕਿੱਥੇ ਦਿੱਤੀ ਗਈ? ਇਸ ਦਾ ਉੱਤਰ ਹੈ 27 ਮਾਰਚ 1915 ਈਸਵੀ ਨੂੰ ਲਾਹੌਰ ਜੇਲ੍ਹ ਵਿਖੇ। ਤਾਂ ਇਹ ਸੀਗੇ ਸਾਡੇ ਛੋਟੇ ਪ੍ਰਸ਼ਨਾਂ ਦੇ ਉੱਤਰ। ਹੁਣ ਹੈ ਕੁਐਸਚਨ ਨੰਬਰ 3 ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਸ਼ਹੀਦ ਕਾਂਸ਼ੀ ਰਾਮ ਕਿੱਥੇ ਨੌਕਰੀ ਕਰਦਾ ਸੀ? ਇਸ ਦਾ ਉੱਤਰ ਹੈ ਸ਼ਹੀਦ ਕਾਂਸ਼ੀ ਰਾਮ ਅੰਬਾਲਾ ਖਜ਼ਾਨੇ ਵਿੱਚ ਨੌਕਰੀ ਕਰਦਾ ਸੀ। ਅਗਲਾ ਪ੍ਰਸ਼ਨ ਹੈ ਗਦਰ ਪਾਰਟੀ ਦਾ ਮੁੱਢ ਕਿਵੇਂ ਬੱਝਿਆ? ਇਸ ਦਾ ਉੱਤਰ ਹੈ ਬਾਬਾ ਸੋਹਣ ਸਿੰਘ ਭਕਨਾ ਪਾਰਟੀ ਪ੍ਰਧਾਨ, ਲਾਲਾ ਹਰਦਿਆਲ ਜਨਰਲ ਸਕੱਤਰ ਅਤੇ ਪੰਡਤ ਕਾਂਸ਼ੀ ਰਾਮ ਖਜ਼ਾਨਚੀ ਦੀ ਸਰਪ੍ਰਸਤੀ ਹੇਠ ਗਦਰ ਪਾਰਟੀ ਦਾ ਮੁੱਢ 25 ਮਾਰਚ 1913 ਈਸਵੀ ਨੂੰ ਬੱਝਿਆ। ਉਸ ਤੋਂ ਬਾਅਦ ਤੀਸਰਾ ਕੁਐਸਚਨ ਹੈ ਸ਼ਹੀਦ ਕਾਂਸ਼ੀ ਰਾਮ ਤੇ ਕਿਹੜੇ-ਕਿਹੜੇ ਗਦਰੀ ਯੋਧਿਆਂ ਦਾ ਅਸਰ ਪਿਆ? ਇਸ ਦਾ ਉੱਤਰ ਹੈ ਸ਼ਹੀਦ ਕਾਂਸ਼ੀ ਰਾਮ ਤੇ ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਵਰਗੇ ਗਦਰੀ ਯੋਧਿਆਂ ਦਾ ਅਸਰ ਪਿਆ। ਨੈਕਸਟ ਕੁਐਸਚਨ ਹੈ ਗਦਰੀਆਂ ਨੇ ਕਿਸ ਤਰ੍ਹਾਂ ਹਿੰਦੁਸਤਾਨ ਵੱਲ ਕੂਚ ਕੀਤਾ? ਉੱਤਰ ਹੈ ਗਦਰੀਆਂ ਨੇ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਹਿੰਦੁਸਤਾਨ ਵੱਲ ਕੂਚ ਕੀਤਾ। ਨੈਕਸਟ ਕੁਐਸਚਨ ਹੈ ਸ਼ਹੀਦ ਕਾਂਸ਼ੀ ਰਾਮ ਦੀ ਯਾਦ ਵਿੱਚ ਮੈਮੋਰੀਅਲ ਕਾਲਜ ਦੀ ਸਥਾਪਨਾ ਕਦੋਂ ਤੇ ਕਿਵੇਂ ਕੀਤੀ ਗਈ? ਇਸ ਦਾ ਉੱਤਰ ਹੈ ਸ਼ਹੀਦ ਕਾਂਸ਼ੀ ਰਾਮ ਦੀ ਯਾਦ ਵਿੱਚ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ 1974 ਵਿੱਚ ਭਾਗੂ ਮਾਜਰਾ ਸਥਾਪਿਤ ਕੀਤਾ ਗਿਆ। ਉਸ ਤੋਂ ਬਾਅਦ ਹੈ ਕੁਐਸਚਨ ਨੰਬਰ 4 ਵਾਕ। ਸਭ ਤੋਂ ਪਹਿਲਾ ਵਾਕ ਹੈ ਸੂਰਬੀਰ ਜੋ ਕਿ ਸਾਡੀ ਪਾਠ ਪੁਸਤਕ ਵਿੱਚ ਹੱਲ ਕੀਤਾ ਗਿਆ ਹੈ। ਭਾਰਤ ਸੂਰਬੀਰਾਂ ਦੀ ਧਰਤੀ ਹੈ। ਉਸ ਤੋਂ ਸੈਕਿੰਡ ਵਾਕ ਹੈ ਹਕੂਮਤ। ਅੰਗਰੇਜ਼ ਹਕੂਮਤ ਲੋਕਾਂ ਉੱਤੇ ਬਹੁਤ ਜ਼ੁਲਮ ਕਰਦੀ ਸੀ। ਥਰਡ ਹੈ ਲੁੱਟ ਖਸੁੱਟ। ਹਰ ਰੋਜ਼ ਕਿਧਰੇ ਨਾ ਕਿਧਰੇ ਲੁੱਟ ਖਸੁੱਟ ਦੀ ਘਟਨਾ ਵਾਪਰ ਜਾਂਦੀ ਹੈ। ਨੰਬਰ 4 ਹੈ ਰਜਵਾੜਾ ਸ਼ਾਹੀ। ਪਟਿਆਲੇ ਪੜ੍ਹਦੇ ਸਮੇਂ ਹੀ ਉੱਥੇ ਦੀ ਰਜਵਾੜਾ ਸ਼ਾਹੀ ਦੀ ਲੁੱਟ ਖਸੁੱਟ ਖਿਲਾਫ ਕਾਂਸ਼ੀ ਰਾਮ ਦੇ ਮਨ ਵਿੱਚ ਨਫ਼ਰਤ ਪੈਦਾ ਹੋ ਗਈ ਸੀ। ਨੈਕਸਟ ਨੰਬਰ 5 ਹੈ ਢੁਕਵਾਂ। ਠੱਗ ਢੁਕਵਾਂ ਸਮਾਂ ਦੇਖ ਕੇ ਹੱਥ ਸਾਫ਼ ਕਰ ਜਾਂਦੇ ਹਨ। ਨੰਬਰ 6 ਹੈ ਸੂ ਮਿਲਣੀ। ਪੁਲਿਸ ਨੇ ਸੂ ਮਿਲਦੇ ਹੀ ਚੋਰਾਂ ਨੂੰ ਫੜ ਲਿਆ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 5 ਖਾਲੀ ਸਥਾਨ ਭਰੋ। ਪਹਿਲਾ ਹੈ ਸ਼ਹੀਦ ਕਾਂਸ਼ੀ ਰਾਮ ਦਾ ਜਨਮ ਡੈਸ਼ ਦੇ ਘਰ ਪਿੰਡ ਡੈਸ਼ ਵਿੱਚ ਹੋਇਆ। ਸ਼ਹੀਦ ਕਾਂਸ਼ੀ ਰਾਮ ਦਾ ਜਨਮ ਪੰਡਤ ਗੰਗਾ ਰਾਮ ਦੇ ਘਰ ਪਿੰਡ ਮੜੌਲੀ ਕਲਾਂ ਵਿੱਚ ਹੋਇਆ। ਸੈਕਿੰਡ ਹੈ 25 ਮਾਰਚ 1913 ਨੂੰ ਡੈਸ਼ ਦੀ ਸਥਾਪਨਾ ਹੋਈ ਗਦਰ ਪਾਰਟੀ ਦੀ। 25 ਮਾਰਚ 1913 ਨੂੰ ਗਦਰ ਪਾਰਟੀ ਦੀ ਸਥਾਪਨਾ ਹੋਈ। ਨੰਬਰ 3 ਹੈ ਸ਼ਹੀਦ ਕਾਂਸ਼ੀ ਰਾਮ ਨੂੰ ਡੈਸ਼ ਵਿਖੇ ਫਾਂਸੀ ਦਿੱਤੀ ਗਈ ਲਾਹੌਰ ਵਿਖੇ। ਸ਼ਹੀਦ ਕਾਂਸ਼ੀ ਰਾਮ ਨੂੰ ਲਾਹੌਰ ਵਿਖੇ ਫਾਂਸੀ ਦਿੱਤੀ ਗਈ। ਨੰਬਰ 4 ਹੈ ਪੰਜਾਬ ਸਰਕਾਰ ਦੇ ਤਤਕਾਲੀ ਮੁੱਖ ਮੰਤਰੀ ਡੈਸ਼ ਨੇ ਸਰਕਾਰੀ ਹਾਈ ਸਕੂਲ ਨੂੰ ਸ਼ਹੀਦ ਕਾਂਸ਼ੀ ਰਾਮ ਦਾ ਨਾਂ ਦਿੱਤਾ। ਸਰਦਾਰ ਪ੍ਰਤਾਪ ਸਿੰਘ ਕੈਰੋਂ। ਪੰਜਾਬ ਸਰਕਾਰ ਦੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਸਰਕਾਰੀ ਹਾਈ ਸਕੂਲ ਨੂੰ ਸ਼ਹੀਦ ਕਾਂਸ਼ੀ ਰਾਮ ਦਾ ਨਾਂ ਦਿੱਤਾ। ਉਸ ਤੋਂ ਬਾਅਦ ਹੈ ਬੇਟਾ ਕੁਐਸਚਨ ਨੰਬਰ 6। ਇਹਦੇ ਵਿੱਚ ਪੰਜਾਬੀ ਦੇ ਸ਼ਬਦ ਦਿੱਤੇ ਗਏ ਨੇ ਜਿਨ੍ਹਾਂ ਨੂੰ ਅਸੀਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਬਦਲਣਾ ਹੈ। ਸਭ ਤੋਂ ਪਹਿਲਾ ਹੈ ਪਾਰਟੀ। ਪਾਰਟੀ ਦਾ ਹਿੰਦੀ ਦਾ ਸ਼ਬਦ ਵੀ ਪਾਰਟੀ ਹੈ ਔਰ ਅੰਗਰੇਜ਼ੀ ਦਾ ਵੀ ਪਾਰਟੀ ਹੈ ਤੇ ਉਸ ਦੀ ਸਪੈਲਿੰਗ ਹੈ PARTY। ਨੈਕਸਟ ਹੈ ਇਤਿਹਾਸ। ਹਿੰਦੀ ਵਿੱਚ ਵੀ ਇਤਿਹਾਸ ਔਰ ਅੰਗਰੇਜ਼ੀ ਵਿੱਚ ਹੈ ਹਿਸਟਰੀ HISTORY। ਨੈਕਸਟ ਹੈ ਪੰਜਾਬੀ ਵਿੱਚ ਸ਼ੂਰਵੀਰ। ਹਿੰਦੀ ਵਿੱਚ ਵੀ ਸ਼ੂਰਵੀਰ ਅਤੇ ਅੰਗਰੇਜ਼ੀ ਵਿੱਚ ਹੈ ਬ੍ਰੇਵ BRAVE ਬ੍ਰੇਵ। ਨੈਕਸਟ ਪੰਜਾਬੀ ਵਿੱਚ ਨੌਕਰੀ। ਹਿੰਦੀ ਵਿੱਚ ਵੀ ਨੌਕਰੀ
ਤੇ ਅੰਗਰੇਜ਼ੀ ਵਿੱਚ ਹੈ ਸਰਵਿਸ, SERVICE, ਸਰਵਿਸ। ਨੈਕਸਟ ਹੈ ਸਨਮਾਨ, ਹਿੰਦੀ ਵਿੱਚ सम्मान और अंग्रेजी ਵਿੱਚ ਹੈ ਰਿਸਪੈਕਟ, RESPECT। ਨੈਕਸਟ ਹੈ ਪੰਜਾਬੀ ਵਿੱਚ ਹੈ ਭਾਰਤੀ, ਹਿੰਦੀ ਵਿੱਚ ਭਾਰਤੀਏ और अंग्रेजी ਵਿੱਚ ਹੈ इंडियन, INDIAN। नंबर 7 है विरोधी शब्द लिखो। आजाद, गुलाम। नफरत, प्यार। कामयाब, नाकामयाब। सम्मान, अपमान। भरपूर, खाली, नजदीक, दूर। उस तो बाद है क्वेश्चन नंबर 8 है शुद्ध करके लिखो। ਇਹ ਬੇਟਾ ਕੁਝ ਸ਼ਬਦ ਨੇ ਜਿਹੜੇ ਕਿ ਅਸ਼ੁੱਧ ਲਿਖੇ ਗਏ ਨੇ, ਜਿਨ੍ਹਾਂ 'ਚ ਕੁਝ ਮਾਤਰਾਵਾਂ ਦੀ ਗਲਤੀਆਂ ਹੈ, ਉਹਨਾਂ ਨੂੰ ਅਸੀਂ ਸ਼ੁੱਧ ਕਰਕੇ ਲਿਖਿਆ ਹੈ। ਇਹ ਸਾਰਾ ਤੁਸੀਂ ਦੇਖ ਕੇ ਆਪਣੀ ਕਾਪੀਆਂ ਤੇ ਲਿਖੋਗੇ। ਧੰਨਵਾਦ।